ਮਨੁੱਖ ਦਾ ਰਸ ਕਹਿੰਦੇ ਨੇ ਆਹੰਗ ਭਾਵ ਦੇ ਚ ਹੈ, ਮੈਂ ਦੇ ਚ ਹੈ। ਜਿੱਥੇ ਜਿੱਥੇ ਇਸ ਦੀ ਮੈਂ ਨੂੰ ਤ੍ਰਿਪਤੀ ਮਿਲੇ, ਜਿੱਥੇ ਜਿੱਥੇ ਇਸ ਦੀ ਮੈਂ ਨੂੰ ਕੋਈ ਪੱਠੇ ਪਾਵੇ, ਜਿੱਥੇ ਜਿੱਥੇ ਮੈਂ ਭਾਵ ਜ਼ਿਆਦਾ ਪ੍ਰਗਟ ਹੋਵੇ, ਉੱਥੇ ਮਨੁੱਖ ਨੂੰ ਰਸ ਆਉਂਦਾ ਹੈ। ਮਨੁੱਖ ਆਪਣੇ ਨਾਲੋਂ ਜ਼ਿਆਦਾ ਧਨਵਾਨਾਂ ਦੀ ਸਭਾ ਵਿੱਚ ਬੈਠ ਕੇ ਖੁਸ਼ ਨਹੀਂ ਹੁੰਦਾ, ਕਿਉਂਕਿ ਵੱਡੇ ਧਨਵਾਨਾਂ ਦੀ ਸਭਾ ਵਿੱਚ ਬੈਠ ਕੇ ਉਹਦੇ ਅੰਦਰ ਹੀਣ ਭਾਵ ਪੈਦਾ ਹੁੰਦਾ ਹੈ ਔਰ ਉਹਦੀ ਹਉਮੈ ਨੂੰ ਸੱਟ ਲੱਗਦੀ ਹੈ, ਉਹਦੇ ਅਹੰਕਾਰ ਨੂੰ ਸੱਟ ਲੱਗਦੀ ਹੈ। ਮੂਰਖ ਗੁਣਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਵੀ ਦੁਖੀ ਹੁੰਦਾ ਹੈ, ਕਾਰਨ ਕਿ ਗੁਣਵਾਨ ਉਸ ਨੂੰ ਉੱਚੇ ਦਿਖਾਈ ਦਿੰਦੇ ਨੇ ਔਰ ਫਿਰ ਉਹ ਖੁਦ ਗੁਣਵਾਨਾਂ ਦੇ ਸਾਹਮਣੇ ਛੋਟਾ ਹੋ ਜਾਂਦਾ ਹੈ। ਇਹ ਛੋਟਾਪਨ ਖਟਕਦਾ ਹੈ। ਮਨੁੱਖ ਹਰ ਮਹਿਫਿਲ ਵਿੱਚ, ਹਰ ਥਾਂ ਤੇ, ਹਰ ਸਮੇਂ ਤੇ ਉੱਚਾ ਹੀ ਰਹਿਣਾ ਚਾਹੁੰਦਾ ਹੈ, ਵੱਡਾ ਹੀ ਰਹਿਣਾ ਚਾਹੁੰਦਾ ਹੈ। ਇਸ ਵਾਸਤੇ ਜਦ ਵੀ ਮਨੁੱਖ ਦੇ ਅੰਦਰ ਇਹ ਹਉਮੈ ਪ੍ਰਬਲ ਰੂਪ ਵਿੱਚ ਹੋਵੇ, ਉਹ ਆਪਣੇ ਤੋਂ ਜ਼ਿਆਦਾ ਵੱਡੇ ਧਨਵਾਨ ਕੋਲ ਨਹੀਂ ਬੈਠ ਸਕਦਾ, ਉਹ ਆਪਣੇ ਤੋਂ ਜ਼ਿਆਦਾ ਵੱਡੇ ਗੁਣਵਾਨ ਕੋਲ, ਕਲਾਕਾਰ ਕੋਲ ਨਹੀਂ ਬੈਠ ਸਕਦਾ। ਜੇ ਬੈਠੇਗਾ ਤੇ ਉਹਨੂੰ ਤ੍ਰਿਪਤੀ ਨਸੀਬ ਨਹੀਂ ਹੋਵੇਗੀ, ਬੇਚੈਨੀ ਹੋਵੇਗੀ, ਪਰੇਸ਼ਾਨੀ ਹੋਵੇਗੀ। ਜਿੱਥੇ ਜਿੱਥੇ ਵੀ ਉਸ ਨੂੰ ਛੋਟਾ ਭਾਵ ਮਹਿਸੂਸ ਹੋਵੇਗਾ, ਔਖਾ ਹੋਵੇਗਾ। ਕਹਿੰਦੇ ਨੇ ਇਸੇ ਹੀ ਅਹੰਗ ਭਾਵ ਤੋਂ ਨਿੰਦਾ ਦਾ ਜਨਮ ਹੋਇਆ ਹੈ। ਹੁਣ ਦੂਸਰਾ ਵੱਡਾ ਹੈ ਤੇ ਹੁਣ ਹਉਮੈ ਨੂੰ ਸੰਤੁਸ਼ਟ ਕਰਨਾ ਹੈ, ਅਹੰਗ ਨੂੰ ਸੰਤੁਸ਼ਟ ਕਰਨਾ ਹੈ, ਰਸ ਦੇਣਾ ਹੈ। ਕਿਵੇਂ ਕਰੀਏ? ਉਸ ਵੱਡੇ ਨੂੰ ਛੁਟਿਆਓ। ਤਾਂ ਵੱਡੇ ਨੂੰ ਛੁਟਿਆਉਣ ਦਾ ਇੱਕੋ ਹੀ ਤਰੀਕਾ ਹੈ, ਨਿੰਦਾ। ਉਹਦੇ ਉੱਤੇ ਇਲਜ਼ਾਮ ਤਰਾਸ਼ੀਆਂ ਕਰ ਦੋ, ਉਹਦੀਆਂ ਬੁਰਾਈਆਂ ਦਾ ਜ਼ਿਕਰ ਕਰ ਦੋ, ਚਾਹੇ ਨਹੀਂ ਵੀ ਨੇ, ਕਲਪਨਾ ਕਰਕੇ ਵੀ ਕਰ ਦੋ, ਤਾਂ ਕਿ ਦੂਸਰਾ ਕਮ ਸੇ ਕਮ ਛੋਟਾ ਹੋਵੇ ਤੇ ਮੈਂ ਵੱਡਾ ਹੋਵਾਂ। ਕਈ ਦਫਾ ਦੇਖਦੇ ਹਾਂ ਛੋਟੇ ਛੋਟੇ ਮਾਸੂਮ ਬੱਚੇ ਵੀ ਵੱਡਾ ਹੋਣ ਦਾ ਨਾਟਕ ਰਚਦੇ ਨੇ, ਨਕਲੀ ਮੁੱਛਾਂ ਲਾ ਕੇ ਜਾਂ ਨਕਲੀ ਹਾਵ ਭਾਵ ਕਰਕੇ ਉਹ ਆਪਣੇ ਆਪ ਨੂੰ ਵੱਡਾ ਹੋਣਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਜ਼ਿੰਦਗੀ ਦੇ ਕਿਸੇ ਤਲ ਦੇ ਚ ਵੀ ਮਨੁੱਖ ਨੂੰ ਛੋਟਾ ਹੋਣਾ ਪ੍ਰਵਾਨ ਨਹੀਂ, ਚਾਹੇ ਉਹ ਬੱਚਾ ਹੈ, ਚਾਹੇ ਉਹ ਜਵਾਨ ਹੈ, ਚਾਹੇ ਉਹ ਬੁੱਢਾ ਹੈ, ਚਾਹੇ ਉਹ ਨਿਰਧਨ ਹੈ, ਚਾਹੇ ਧਨਵਾਨ ਹੈ, ਚਾਹੇ ਨਿਰਗੁਣ ਹੈ, ਚਾਹੇ ਗੁਣਵਾਨ ਹੈ। ਮਨੁੱਖ ਦੇ ਅੰਦਰ ਇਹ ਭਾਵ ਬਣਿਆ ਹੀ ਰਹਿੰਦਾ ਹੈ ਕਿ ਮੈਂ ਵੱਡਾ ਹਾਂ ਔਰ ਮੈਂ ਵੱਡਾ ਹੋਵਾਂ। ਦੂਜਾ ਛੋਟਾ ਹੈ, ਜੇ ਨਹੀਂ ਤੇ ਉਹਨੂੰ ਛੋਟਾ ਕਰ ਦੇਣਾ ਹੈ। ਮਨੁੱਖ ਦੀ ਇਸ ਅਹੰਗ ਭਾਵ ਤੋਂ ਤਰ੍ਹਾਂ ਤਰ੍ਹਾਂ ਦੇ ਤਸ਼ੱਦਦ, ਜ਼ੁਲਮ ਬਰਪਾ ਹੋਏ ਨੇ। ਸੰਸਾਰ ਦੇ ਵਿੱਚ 90% ਜ਼ੁਲਮ, ਤਸ਼ੱਦਦ ਮਨੁੱਖ ਦੇ ਅਹੰਗ ਭਾਵ ਤੋਂ ਨਿਕਲਦਾ ਹੈ। ਮੈਂ ਵੱਡਾ, ਤੂੰ ਛੋਟਾ ਹੈ। ਮੈਂ ਹਾਂ, ਤੂੰ ਹੈ, ਔਰ ਮੈਂ ਸਭ ਕੁਛ ਹਾਂ, ਤੂੰ ਕੁਛ ਵੀ ਨਹੀਂ। ਇਸ ਭਾਵ ਨੇ ਸਮੁੱਚੀ ਦੁਨੀਆ ਨੂੰ, ਖਾਸ ਕਰਕੇ ਮਨੁੱਖੀ ਦੁਨੀਆ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ। ਇਹ ਹਉਮੈ ਕਿਸ ਕਿਸ ਥਾਂ ਤੇ ਵਿਆਪਕ ਰਹਿੰਦੀ ਹੈ, ਇਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਖੋਲੇ। ਮੂਲ ਕਮਜ਼ੋਰੀ ਮਨੁੱਖ ਦੀ ਅਹੰਕਾਰ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ, ਹਉਮੈ ਰੋਗ ਮਾਨੁਖ ਕੋ ਦੀਨਾ। ਇਹਦਾ ਇਹ ਮਤਲਬ ਨਹੀਂ ਕਿ ਇਹਦੇ ਚ ਬਾਕੀ ਰੋਗ ਨਹੀਂ ਨੇ, ਬਾਕੀ ਕਮਜ਼ੋਰੀਆਂ ਨਹੀਂ ਨੇ। ਕਮਜ਼ੋਰੀਆਂ ਤੇ ਬਾਕੀ ਵੀ ਨੇ, ਉਹ ਉਕਸਾਹਟ ਨਾਲ ਪੈਦਾ ਹੁੰਦੀਆਂ ਨੇ, ਉਹ ਵਕਤ ਨਾਲ ਪੈਦਾ ਹੁੰਦੀਆਂ ਨੇ, ਸਮੇਂ ਨਾਲ ਪੈਦਾ ਹੁੰਦੀਆਂ ਨੇ। ਇੱਕੋ ਇੱਕ ਕਮਜ਼ੋਰੀ ਜੋ ਅੱਠੇ ਪੈਰ ਜਾਗਦਿਆਂ ਸੌਂਦਿਆਂ ਮਨੁੱਖ ਦੇ ਦਿਲ ਦਿਮਾਗ ਵਿੱਚ ਰਹਿੰਦੀ ਹੈ, ਉਹ ਹੈ ਅਹੰਗ ਭਾਵ। ਮੈਂ ਹਾਂ ਔਰ ਮੈਂ ਬਹੁਤ ਵੱਡਾ ਹਾਂ। ਚਾਹੇ ਵੱਡਾ ਹੈ ਚਾਹੇ ਨਹੀਂ, ਪਰ ਵੱਡਾ ਹੋ ਕੇ ਮੈਂ ਦਿਖਾਣਾ ਹੈ, ਵੱਡਾ ਹੋਣਾ ਮੈਂ ਪ੍ਰਗਟ ਕਰਨਾ ਹੈ। ਔਰ ਜੇ ਨਹੀਂ ਪ੍ਰਗਟ ਕਰ ਸਕਿਆ ਤੇ ਕੋਈ ਗੱਲ ਨਹੀਂ, ਵੱਡਾ ਹੋਣਾ ਮੈਂ ਮੰਨ ਲੈਣਾ, ਮੈਂ ਵੱਡਾ ਹੀ ਹਾਂ। ਮੰਨ ਤੇ ਸਕਦਾ ਹੈ, ਮੰਨਣ ਦੇ ਵਿੱਚ ਤੇ ਕੋਈ ਰੋਕ ਨਹੀਂ। ਇਸ ਵਾਸਤੇ ਮਾਸੂਮ ਬੱਚਾ ਵੀ ਕਈ ਦਫਾ ਆਪਣੇ ਆਪ ਨੂੰ ਬਾਦਸ਼ਾਹ ਮੰਨ ਲੈਂਦਾ ਹੈ। ਇਹ ਗੱਲ ਵੱਖਰੀ ਹੈ, ਉਹ ਖੇਲ ਵੀ ਬਾਦਸ਼ਾਹ ਤੇ ਵਜ਼ੀਰ ਦਾ ਖੇਡਦਾ ਹੈ। ਅੰਦਰ ਉਸ ਦੇ ਅੰਦਰ ਰੁਚੀ ਹੈ ਕਿ ਮੈਂ ਬਾਦਸ਼ਾਹ, ਮੈਂ ਵੱਡਾ, ਮੈਂ ਬਹੁਤ ਵੱਡਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਇਸੇ ਕਮਜ਼ੋਰੀ ਦਾ ਜ਼ਿਕਰ ਕਰਦੇ ਨੇ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ ਚ ਫਰਮਾਨ ਕਰਦੇ ਨੇ, ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਔਰ ਹਕੀਕਤ ਹੈ ਕਿ ਜਦ ਮਨੁੱਖ ਆਪਣੇ ਆਪ ਨੂੰ ਬਹੁਤ ਉੱਚਾ ਕਹਿਲਾਂਦਾ ਹੈ, ਉਹ ਕਹਿਲਾਂਦਾ ਇਸ ਵਾਸਤੇ ਔਰ ਖੁਦ ਪ੍ਰਗਟ ਕਰਨਾ ਵੀ ਇਸ ਵਾਸਤੇ ਚਾਹੁੰਦਾ ਕਿ ਉੱਚਾ ਨਹੀਂ ਹੈ। ਅਗਰ ਉੱਚਾ ਹੈ ਤਾਂ ਕਦੀ ਆਖਣ ਦੀ ਲੋੜ ਵੀ ਨਹੀਂ ਪਈ। ਸੂਰਜ ਨੇ ਕਦੀ ਨਹੀਂ ਆਖਿਆ ਕਿ ਮੇਰੇ ਚ ਰੋਸ਼ਨੀ ਹੈ, ਚੰਦਰਮਾ ਨੇ ਕਦੀ ਨਹੀਂ ਆਖਿਆ
ਮੇਰੇ ਵਿੱਚ ਸੀਤਲਤਾ ਹੈ। ਚੰਦਨ ਕਦੀ ਢੰਡੋਰਾ ਨਹੀਂ ਪਿੱਟਦਾ, ਮੇਰੇ ਵਿੱਚ ਠੰਡ ਹੈ, ਮੇਰੇ ਵਿੱਚ ਸੁਗੰਧੀ ਹੈ। ਸੁਗੰਧੀ ਖੁਦ ਬੋਲ ਪੈਂਦੀ ਹੈ, ਮਹਿਕ ਖੁਦ ਬੋਲ ਪੈਂਦੀ ਹੈ, ਸੀਤਲਤਾ ਖੁਦ ਹੀ ਦੱਸ ਦਿੰਦੀ ਹੈ। ਜਦ ਸੀਤਲਤਾ ਨਹੀਂ ਹੈ ਤਾਂ ਫਿਰ ਕਹਿਣਾ ਪੈਂਦਾ ਹੈ ਸੀਤਲਤਾ ਦਾ ਕਿ ਮੇਰੇ ਕੋਲ ਹੈ। जब महक नहीं है, सुगंधी नहीं है, तो फिर प्रगटावा करना पैदा है। तो खैर अजो की ये 20वीं सदी मुखर भी बड़ी है, बहुत बोल रही है, बहुत बोल रही है। इतना बोलना पहले नहीं सी, और सारे बोल अहंकार तो पैदा हो रहे हैं। सारे बोल इस वास्ते ने कि मैं हाँ बोल बोल के अपनी होंद प्रगट करनी है। कोई अपनी जात प्रगट कर रहा है, कोई अपनी पात, कोई अपना रंग, कोई अपना रूप, कोई अपना स्वभाव, कोई अपने गुण, कोई अपनी धन संपदा, कोई अपनी बिरादरी, कोई अपना मुल्क, कोई अपनी भाषा और कोई अपना प्रांत। गर्ज के बोलों दे सब कुछ यही प्रगट हो रहा है। जद कोई कहता है मेरा देश सब तो वड्डा है, तो इहदे च एक भाव प्रगट होता है, मैं सब तो वड्डा, क्योंकि मैं छोटे देश का रहने वाला नहीं हाँ, मैं बहुत वड्डे देश का रहने वाला। हुण वड्डपना चाहिए तो वड्डे होने लई कोई सहारा चाहिए है, तो कोई देश का सहारा पकड़ लेंदा है। मैं छोटे मोटे देश का रहने वाला नहीं, मैं बहुत वड्डे देश का रहने वाला। फिर मनुख ऐसा भी कह देंदा है मेरा मजहब बहुत वड्डा है। हुण मेरा मजहब बहुत वड्डा है तां ही मैं वड्डा, जे मेरा मजहब छोटा है तो फिर मैं छोटा। साडी भाषा बड़ी महान है, साडी कुल बहुत उच्ची है, तो कुल बहुत उच्ची है तां ही मैं उच्चा, जे कुल नहीं उच्ची तो फिर मैं कित्थों उच्चा। जात नहीं उच्ची तो मैं कित्थों उच्चा। जात नूं उच्चा करना, कुल नूं उच्चा करना, भाषा नूं उच्चा करना, प्रांत नूं उच्चा करना, मुल्क नूं उच्चा करना, दरअसल ये भी मनुख ने अपनी हौमे नूं उच्चा करने की कोशिश की है। और इन्हां ही तलां ते मनुख अपनी हौमे नूं प्रगटांदा है। मेरा देश महान, तो स्पष्ट हो गई गल, मैं महान हाँ क्योंकि मैं एक महान देश का नागरिक हाँ। हौमे अनेकां द्वार तो ये प्रगट होंदी है। मेरी भाषा कोई मामूली भाषा नहीं है, मेरा धर्म कोई मामूली धर्म नहीं है, मेरी कुल कोई मामूली कुल नहीं है। तो मनुख दी ये होम है जो हिरदे दे है, पर इस हिरदे दी टंकी नूं हजारां ही टूटियां लगियां ने। कोई जात दी, पात दी, भाषा दी, धर्म दी, रंग दी, रूप दी, नस्ल दी, जिहदे राहीं होमे दा जल बाहर निकल रहा है। मनुख अपनी होमे नूं प्रगटा रहा है। साहिब श्री गुरु नानक देव जी महाराज फरमान करते हैं कि होमे दे बोल जिंदगी दे हर कर्म दे उत्ते हावी ने, लागू ने और प्रगट होंदे ने। साहिब फरमान करते हैं होम विच आया, होम विच गया, होम विच जमया, होम विच मुआ। बुनियादी ते ये सतगुरु दसदे ने कि मनुख दे आउण दा कारण भी होमे है। मैं हाँ ते कहंदे ने उतने चिर तक ईश्वर भी उसदी होंद नूं कायम रखदा है। तू है ते जिस दिन बंदा कह देंदा मैं नहीं हाँ तू ही है, उस दिन कहते हैं मनुख ईश्वर हो जाता है, परमात्मा हो जाता है। ईश्वर ते मनुख दे विचकार अगर कोई दीवार है तो दूजा तीजा दीवार नहीं, मैं ही दीवार हाँ। और ऐसा ये व्यापक रूप दे अजौके समय च मौजूद है। साहिब कहते ने ये हौमे आण जाण दा कारण बनदी है, ये बार बार जन्म दिलांदी है। हाँ मैं यही बीज है, मैं हाँ तो परमात्मा कहता ठीक है तू है, तू रहेगा। साधना करदे करदे, भक्ति करदे करदे जिस दिन मनुख की सुरत उस अवस्था ते पहुंच जाए कि मनुख की जबान तो मैं ना निकले, तू ही तू निकले, कहते उस दिन मनुख ही परमात्मा हो जाता है, मनुख ही ईश्वर हो जाता है। साहिब श्री गुरु अर्जन देव जी महाराज के दरबार दे भगत काना अपनी बाणी लैके आए सन। तो सतगुरां ने सुते सिद्ध कहा बई तू सुना, तेरा कलाम असी सुनना चाहते हैं। उन्हें अपनी रचना इत्थों आरंभ की, मैं ओही रे, मैं ओही रे। सतगुरु ने रोकया, कहने लगा नहीं ये बोल असी सुनने भी नहीं। गुरु ग्रंथ साहब जी महाराज दे दर्ज करना ते दरकिनार असी ये सुनने भी नहीं। जिस दे विच मनुख दी मैं प्रगट होवे, जिस दे विच मनुख दी मैं दा जिक्र होवे, मैं दा वाधा होवे, ये बोल असी नहीं सुनने, ये बोल असी नहीं दर्ज करने। असी ते ये बोल सुनने ने, ये बोल दर्ज करने ने। तू तू करता तू भया, मुझ में रहा न हूं, जब आपा पर का मिट गया, जत देखा तत तू। हुण मेरे विच मैं मिट गई, हुण ते मैं जिधर देखदा तू ही तू है,
ਤੂੰ ਤੋਂ ਬਿਨਾ ਹੁਣ ਹੋਰ ਕੁਝ ਵੀ ਨਹੀਂ ਹੈ। ਤੋ ਸਾਹਿਬ ਇੱਥੇ ਫਰਮਾਨ ਕਰਦੇ ਨੇ, ਮਨੁੱਖ ਅਹੰਕਾਰ ਕਰਕੇ ਹੀ ਆਉਂਦਾ ਹੈ, ਮੈਂ ਭਾਵ ਕਰਕੇ ਹੀ ਆਉਂਦਾ ਹੈ, ਔਰ ਮੈਂ ਭਾਵ ਹੀ ਮੌਤ ਦਾ ਕਾਰਨ ਬਣਦੀ ਹੈ। ਜਿਸ ਦਿਨ ਮੈਂ ਮਿਟ ਜਾਂਦੀ ਹੈ, ਉਸ ਦਿਨ ਮਨੁੱਖ ਨੂੰ ਐਸਾ ਬੋਧ ਆਉਂਦਾ ਹੈ, न किछ जन्मे न किछ मरे। कुछ जमदा नहीं, कुछ मरदा नहीं। दावे नाल कह दिता है भगत सिरमौर श्री पीपा जी ने। आप कहते हैं, काया बहुखंड खोजते नौ निद पाई, ना कछ आए बो ना कछ जाए बो, राम की दुहाई। श्री पीपा कहते ने, दुहाई है हे ईश्वर, गल कुछ होर सी ते मैं समझदा होर रहा। मैं ते समझदा रहा कुछ जमदा है कुछ मरदा है, कुछ आउंदा है कुछ जाउंदा है, और इस तो इलावा कुछ खुशियां ने कुछ गमियां ने। पर अज मैनू पता चले तो कुछ भी नहीं, तू ही तू है। ना कछ आए बो ना कछ जाए बो, राम की दुहाई। हे राम, अज जद मैं तेरे विच लीन होया ते मेरा मैं भाव मिटिया, ते हुण मैं ऐसा समझदा कोई जमदा नहीं कोई मरदा नहीं।